ਮੈਂ ਕੋ ਮਾਂ ਸਕ ਬੱਟੇ ਨੂੰ ਕੰਡਾ ਲੱਗਦਾ ਸੀ, ਮਾਂ ਬਰਦਾਸ਼ਤ ਨਹੀਂ ਸੀ ਕਰਦੀ, ਸਾਰੀ ਰਾਤ ਬੈਠੀ ਰਹਿੰਦੀ ਸੀ ਕਿ ਮੇਰੇ ਬੇਟੇ ਨੂੰ ਕੰਡਾ ਵੀ ਲੱਗ ਗਿਆ। ਫਿਰ ਸਾਰਾ कुछ ਉਹਦੀ ਜਾਨ निकलती हुई ਵੇਖੀ। थाना सिटी फूल नगर में हम गए बच्चे की डेड बॉडी लेके। हमने कहा जी ये वीडियो बयान है, ये उनका वकास वगैरह का नाम ले रहा है। उन्होंने तेजाब पिलाया, ये उसके अब्दुल खालक ASI है। इस तरह करे फोरेंसिक टीमें आती हैं, एक टीम का 5,000 रुपये लेते हैं वो, ठीक है, 3 टीमें हैं वो, ठीक है। और उसके अलावा ये जो आपका केस लिखेगा तो वो SHO लुटैर है, ठीक है, उसको मैं बुलाऊँगा, वो आपका केस लिखेगा, बनाएगा, 5,000 रुपया वो लेगा। तो ये आप अगर दे सकते हैं तो मैं FIR का सिलसिला शुरू करता हूँ। ਮੇਰੇ ਭਾਈ ਦਾ ਘਰ ਹੈ, ਉਹਦੇ ਵਿੱਚ ਰਹਿੰਦੀ ਪਈ ਹਾਂ, ਉਹ भी किराएदार है, ਉਹਨੇ भी एक कमरा मैंने ਦਿੱਤਾ है तक मालक मकान ने जवाब दिता मेरे को नहीं। यही फील हुआ पर आगे तो हमारे अब्बू तो है नहीं, भाई थे जो थे हमारे सर के ऊपर। हम दोनों ने मिलकर कमेटी डाली थी कि मम्मी के ऊपर बोझ नहीं बनेंगे। जब हमें ये पता चला कि हमारे भाई ही नहीं दुनिया में रहे तो हमारे तो पाँव के नीचे से ज़मीन ही निकल। अस्सलाम वालेकुम नाजरीन, आप देख रहे हैं टू दी पाकिस्तान और मैं आपका अपना मेज़बान ज़ुबैर राजपूत। हमारे साथ एक ऐसी माँ मौजूद है जिसके बच्चे को कत्ल कर दिया गया है, और ये कत्ल की वजह क्या है, ये सारा माजरा है क्या है, ये कत्ल की वारदात कैसे वजूद में आई, इनसे बात करते हैं और सारा माजरा इनसे जानते हैं। अस्सलाम वालेकुम। वालेकुम अस्सलाम। जी माँ जी, दसना कि तुसीं दस्सिया कि तुहाड़ा जवान बेटा ਜਿਹੜਾ ਘਰ ਦਾ ਵਾਹਦ ਕਫੀਲ ਸੀ, ਜਿੰਦੇ ਸਰ ਤੇ ਤੁਹਾਡਾ ਨਿਜ਼ਾਮ ਜ਼ਿੰਦਗੀ ਚੱਲਦਾ ਪਿਆ ਸੀ, ਕਿਵੇਂ ਉਹਨੂੰ ਕਤਲ ਕੀਤਾ ਗਿਆ, ਕਿਹਨੇ ਕਤਲ ਕੀਤਾ? ਇੱਕ ਠੇਕੇਦਾਰ ਹੈ, ਫੂਲ ਨਗਰ ਦਾ ਹੈ, ਠੇਕੇ ਚੁੱਕਦਾ ਸੀ। ਮੇਰਾ ਬੇਟਾ ਉਹਦੇ ਨਾਲ ਪੇਂਟ ਦਾ ਕੰਮ ਕਰਦਾ। ਮੇਰਾ ਬੇਟਾ ਕਾਰੀਗਰ ਸੀ, 2500 3000 ਰੁਪਈਆ ਦਿਹਾੜੀ ਲੈਂਦਾ ਸੀ। ਉਹਦੇ ਨਾਲ ਕੁਛ ਅਰਸਾ ਕੰਮ ਕਰਦਾ ਰਿਹਾ। ਫਿਰ ਉਹ ਠੇਕੇਦਾਰ ਨੇ ਕਿਹਾ ਕਿ ਬੱਚਾ ਅੱਛਾ ਹੈ, ਮਿਹਨਤੀ ਹੈ, ਕੋਈ ਨਸ਼ਾ ਨਹੀਂ ਕਰਦਾ, ਕੋਈ ਕੁਛ ਨਹੀਂ ਕਰਦਾ। ਉਹ ਬੱਚੇ ਦੇ ਪਿੱਛੇ ਚੱਲ ਲੱਗ ਗਿਆ, ਕਹਿੰਦਾ ਕਿ ਬੇਟਾ ਤੂੰ ਮੇਰਾ ਬੇਟਾ ਬਣ ਜਾ, ਮੇਰੇ ਘਰ ਰਿਹਾ ਕਰ, ਆਇਆ ਗਿਆ ਕਰ, ਮੈਂ ਤੈਨੂੰ ਆਪਣੀ ਬੇਟੀ ਦਾ ਰਿਸ਼ਤਾ ਦੇ ਦੇਣਾ। ਉਹ ਬੱਚਾ ਸੀ, ਉਹਦੀ ਗੱਲਾਂ 'ਚ ਆ ਕੇ ਕਹਿੰਦਾ ਜੀ ਠੀਕ ਹੋ ਗਿਆ। ਮੇਰੇ ਬੇਟੇ ਨੇ ਤੇ ਮੇਰੀ ਬੇਟੀ ਨੇ ਕਮੇਟੀ ਪਾਈ ਸੀ, 5,000 10,000 ਮਹੀਨਾ ਦਿੰਦੇ ਸਨ, 5 ਲੱਖ ਦੀ ਕਮੇਟੀ ਉਹਨੇ ਪਾਈ ਹੋਈ ਸੀ। ਉਹਨੂੰ ਠੇਕੇਦਾਰ ਨੂੰ ਪਤਾ ਚੱਲਿਆ ਕਿ ਉਹਨੇ ਮੇਰੀ ਕਮੇਟੀ ਨਿਕਲ ਆਈ। ਉਹਨੂੰ ਮਸ਼ਵਰਾ ਦਿੰਦਾ ਕਿ ਬੇਟਾ ਕਮੇਟੀ ਲੈ ਕੇ ਨਾ ਤੂੰ ਮੇਰੇ ਕੋਲ ਆ, ਮੈਂ ਤੈਨੂੰ ਪਲਾਟ ਲੈ ਦੇਣਾ, ਬਾਕੀ ਮਕਾਨ ਦੀ ਇੱਟਾਂ ਸ਼ਿੱਟਾਂ ਜੋ ਵੀ ਖਰਚਾ ਮੈਂ ਆਪਣੇ ਕੋਲੋਂ ਕਰਕੇ ਮੈਂ ਤੈਨੂੰ ਮਕਾਨ ਬਣਾ ਦੇਣਾ, ਨਾਲ ਤੈਨੂੰ ਆਪਣੀ ਬੇਟੀ ਦਾ ਰਿਸ਼ਤਾ ਦੇ ਦੇਣਾ, ਨਿਕਾਹ ਪੜਾ ਦੇਣਾ, ਤੂੰ ਇੱਥੇ ਰਿਹਾ ਕਰ ਮੇਰੇ ਕੋਲ। ਬੱਚਾ ਸੀ, ਉਹਦੀਆਂ ਗੱਲਾਂ ਦੇ ਵਿੱਚ ਆ ਗਿਆ। ਕੁਛ ਅਰਸਾ ਗੁਜ਼ਰਿਆ ਤੇ ਮੇਰਾ ਬੇਟਾ ਕਹਿੰਦਾ ਕਿ ਮਾਂ ਜੀ ਮੈਨੂੰ ਲੱਗਦਾ ਕੋਈ ਫਰਾਡ ਫਰੂਡ ਤਾਂ ਨਹੀਂ ਕਰੇਗਾ ਮੇਰੇ ਨਾਲ, ਤੇ ਤੂੰ ਆ ਮੇਰੇ ਕੋਲ ਰਿਸ਼ਤਾ ਪੁੱਛ। ਮੈਂ ਗਈ ਆ, ਜਾ ਕੇ ਰਿਸ਼ਤਾ ਪੁੱਛਿਆ, ਉਹਨੇ ਮੈਨੂੰ ਰਿਸ਼ਤਾ ਦਿੱਤਾ ਹੈ। ਮੈਂ ਮੰਗਣੀ ਕੀਤੀ ਹੈ, 2,000 ਰੁਪਈਆ ਮੈਂ ਤਲੀ 'ਤੇ ਰੱਖ ਕੇ ਆਈ ਹਾਂ। ਫਿਰ ਕੁਛ ਦਿਨ ਬਾਅਦ ਗਈ ਹਾਂ, ਫਿਰ ਦਿਨ ਰੱਖ ਕੇ ਆਈ ਹਾਂ। ਮੈਂ ਉਹਨੂੰ ਕਿਹਾ ਸੀ ਭਾਈ ਜਿਹੜੇ ਸਾਡੇ ਪੈਸੇ ਦੇਣੇ ਨੇ ਉਹ ਦੇ ਦੇ, ਤੇ ਮੈਂ ਬੱਚੇ ਦੀ ਸ਼ਾਦੀ ਕਰਨੀ ਤਾਂ ਕਿ ਇੰਨੇ ਮੇਰੇ ਕੋਲ ਮਸਾਇਲ ਨਹੀਂ ਹੈਗੇ। ਮੈਂ ਬੇਟੀ ਦੀ ਵੀ ਕਰਨੀ, ਬੇਟੇ ਦੋਨੋਂ ਭੈਣ ਭਾਈਆਂ ਦੀ ਮਿਲ ਕੇ ਕਰਨੀ। ਜਿਹੜੇ ਸਾਡੇ ਪੈਸੇ ਨੇ ਉਹ ਸਾਨੂੰ ਦੇ ਦੇ, ਅਸੀਂ ਪਲਾਟ ਪਲੂਟ ਨਹੀਂ ਲੈਂਦੇ। ਕਹਿੰਦਾ ਸੀ ਠੀਕ ਹੈ ਬਾਜੀ, ਅੱਜ ਕੱਲ੍ਹ 'ਚ ਨਾ ਮੈਂ ਤੁਹਾਨੂੰ ਦੇ ਦੇਣਾ। ਇਸ ਤਰ੍ਹਾਂ ਦਿਨ ਗੁਜ਼ਰਦੇ ਗਏ ਨੇ, ਬੱਚੇ ਦੇ ਸ਼ਾਦੀ ਦੇ ਦਿਨ ਨੇੜੇ ਆ ਗਏ ਨੇ। ਬੱਚਾ ਕਹਿੰਦਾ ਮਾਂ ਜੀ ਸ਼ਾਦੀ ਦੀ ਤਿਆਰੀ ਕਰੋ। ਮੈਂ ਕਿਹਾ ਬੇਟਾ ਪੈਸੇ ਲੈ ਕੇ ਆ ਤੇ ਮੈਂ ਤਿਆਰੀ ਕਰਨੀ ਹੈ। ਮੇਰਾ ਬੇਟਾ 3-4 ਦਿਨ ਪਹਿਲੇ ਗਿਆ ਹੈ। ਹੁਣ ਜਾ ਕੇ ਕਹਿੰਦਾ ਕਿ ਜੀ ਮੈਨੂੰ ਬੌਸ ਜੀ ਪੈਸੇ ਦੇ ਦਿਓ, ਮੈਂ ਨਾ ਸ਼ਾਦੀ ਦੀ ਤਿਆਰੀ ਹੋ ਰਹੀ। ਉਹਨੂੰ ਕਹਿੰਦਾ ਅੱਜ ਨਹੀਂ ਕੱਲ੍ਹ। ਫੋਨ ਮੇਰੇ ਬੇਟੇ ਨੇ ਮੈਨੂੰ ਕੀਤਾ ਕਿ ਮਾਂ ਜੀ ਪਰੇਸ਼ਾਨ ਨਾ ਹੋਵੇ, ਜੇ ਮੈਂ ਕੱਲ੍ਹ ਨਹੀਂ ਤੇ ਪਰਸੋਂ ਮੈਂ ਘਰ ਆ ਜਾਵਾਂਗਾ। ਮੈਂ ਕਿਹਾ ਠੀਕ ਹੈ। ਮੈਂ ਕਿਹਾ ਪੈਸਿਆਂ ਤੋਂ ਕੀ ਕਹਿੰਦਾ ਕਿ ਪੈਸਿਆਂ ਤੋਂ ਮਾਂ ਜੀ ਉਹ ਕਹਿੰਦਾ ਕਿ ਅੱਜ ਕੱਲ੍ਹ 'ਚ ਮੈਂ ਤੁਹਾਨੂੰ ਪੈਸੇ ਦੇ ਦੇਣਾ। ਮੈਂ ਕਿਹਾ ਠੀਕ ਹੋ ਗਿਆ। ਮੇਰਾ ਬੇਟਾ ਉੱਥੇ ਰਿਹਾ। ਉਹਨਾਂ ਪਲੇਨ ਬਣਾਈ ਸੀ, ਨਾਲ ਬੇਟੀ ਵੀ ਰਲੀ ਹੋਈ ਸੀ, ਸਾਰੇ ਘਰ ਦੇ ਰਲੇ ਹੋਏ ਸਾਡੇ। ਉਹਨੇ ਇੱਕ ਪਾਣੀ ਦੇ ਵਿੱਚ ਤੇਜ਼ਾਬ ਪਾਇਆ, ਉਹਨੂੰ ਪਿਆਇਆ ਹੀ ਨਹੀਂ, ਪਾਇਆ ਕਿ ਬਾਹਰ ਛੱਡ ਦਿੱਤੇ ਨੇ, ਬਾਹਰ ਗਲੀ ਦੇ ਵਿੱਚ। ਇਹ 1-2 ਵਾਲੀ ਟੀਮ ਆਈ ਸੀ ਤੇ ਚੁੱਕ ਕੇ ਲੈ ਗਈ ਆਪਣਾ ਭਾਈ ਫੇਰੂ ਹਸਪਤਾਲ ਦੇ ਵਿੱਚ। ਉਹਨਾਂ ਜਵਾਬ ਦੇ ਦਿੱਤਾ, ਉਹਨਾਂ ਕਿਹਾ ਮੈਨੂੰ ਜਨਾਜ਼ ਲੈ ਜਾਓ। ਜਨਾਜ਼ ਲੈ ਕੇ ਆਏ ਨੇ। ਮੈਨੂੰ ਫੋਨ ਆਇਆ ਸੀ ਕਿ ਅਕਰਮ ਦੀ ਤਬੀਅਤ ਖਰਾਬ ਹੈ ਤੇ ਜਨਾਹ ਪਹੁੰਚ। ਮੈਂ ਪਰੇਸ਼ਾਨ ਹੋ ਗਈ ਕਿ ਕੱਲ੍ਹ ਤਾਂ ਮੈਨੂੰ ਵਾਲੀ ਫੋਨ ਕੀਤਾ ਸੀ ਕਿ ਮਾਂ ਜੀ ਮੈਂ ਕੱਲ੍ਹ ਆ ਜਾਵਾਂ, ਤੇ ਇੰਨੀ ਕਿਉਂ ਯਕਦਮ ਤਬੀਅਤ ਖਰਾਬ ਹੋ ਗਈ। ਮੈਂ ਹਸਪਤਾਲ ਜਨਾਹ ਵਿੱਚ ਗਈ ਹਾਂ। ਅੱਗੇ ਉਹਨੂੰ ਐਮਰਜੈਂਸੀ ਦੇ ਵਿੱਚ ਲੈ ਕੇ ਗਏ ਸਾਡੇ। ਬੇਟਾ ਮੇਰਾ ਜਿਹੜਾ ਉਹਦਾ ਸਾਲਾ ਜਿਹੜਾ ਉਹ ਬਾਹਰ ਸੀ, ਬੇਟਾ ਮੇਰਾ ਅੰਦਰ ਸੀ। ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਬੇਟਾ ਕੀ ਹੋਇਆ ਸੀ ਮੇਰੇ ਬੇਟੇ ਨੂੰ, ਇਹ ਇੰਨੀ ਤਬੀਅਤ ਕਿਉਂ ਖਰਾਬ ਹੋ ਗਈ? ਮਾਂ ਜੀ ਮੋਟਰਸਾਈਕਲ ਤੋਂ ਡਿੱਗਿਆ, ਐਕਸੀਡੈਂਟ ਹੋਇਆ, ਅੱਲਾ ਕਰੇਗਾ ਠੀਕ ਹੋ ਜਾਏਗਾ, ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ। ਮੈਂ ਗਈ ਹਾਂ ਹਸਪਤਾਲ, ਅੰਦਰ ਚਲੀ ਗਈ ਹਾਂ। ਐਮਰਜੈਂਸੀ ਵਾਰਡ ਦੇ ਵਿੱਚ ਬੱਚਾ ਮੇਰਾ ਬੇਹੋਸ਼ ਹੈ, ਕੋਈ ਹੋਸ਼ ਨਹੀਂ। ਡਾਕਟਰ ਨੂੰ ਮੈਂ ਪੁੱਛਿਆ, ਉਹਨਾਂ ਡਾਕਟਰ ਨੇ ਕਿਹਾ ਸੀ ਕਿ ਇਹਨੇ ਕੋਈ ਜ਼ਹਿਰੀਲੀ ਚੀਜ਼ ਖਾਈ ਹੈ। ਰਿਪੋਰਟਾਂ ਮਜ਼ੀਦ ਆਉਂਦੀਆਂ ਨੇ ਫਿਰ ਅਸੀਂ ਤੁਹਾਨੂੰ ਦੱਸਦੇ ਹਾਂ। ਮੈਂ ਉੱਧਰ ਗਈ ਹਾਂ ਪਿੱਛੇ, ਮੈਂ ਫਿਰ ਆਈ ਹਾਂ। ਮੈਂ ਕਿਹਾ ਮੈਨੂੰ ਵਿਕਾਸ ਨੂੰ ਪੁੱਛਾਂ ਸਹੀ ਕਿ ਇਹਨੂੰ ਚੋਟ ਝੂਟ ਨਹੀਂ ਆਈ। ਮੈਂ ਵੇਖਿਆ ਵਿਕਾਸ ਨਹੀਂ ਹੈਗਾ, ਚਲਾ ਗਿਆ।
ਫਿਰ ਰਿਪੋਰਟ ਆਈ ਹੈ, ਡਾਕਟਰਾਂ ਨੇ ਕਿਹਾ ਕਿ ਇਹਨੇ ਤੇਜ਼ਾਬ ਪਿਆਇਆ ਗਿਆ ਇਹਨੂੰ, ਜਾਂ ਇਹਨੇ ਪੀਤਾ ਜਾਂ ਪਿਆਇਆ ਗਿਆ। ਮੈਂ ਪਰੇਸ਼ਾਨ ਹੋ ਗਈ, ਇਹਨੂੰ ਕਿਉਂ ਇਹਨੇ ਤੇਜ਼ਾਬ ਪੀਤਾ। ਕੁਛ ਦਿਨ ਬਾਅਦ, ਕੋਈ ਘੰਟੇ ਬਾਅਦ, 2 ਘੰਟੇ ਬਾਅਦ ਬੇਟੇ ਨੂੰ ਕੁਛ ਹੋਸ਼ ਆਏ। ਮੈਂ ਉਹਨੂੰ ਪੁੱਛਿਆ, ਬੇਟਾ ਤੂੰ ਇਹ ਕਿਉਂ ਕੀਤਾ, ਕੀ ਕੀਤਾ ਹੀ। ਮਾਂ ਜੀ ਮੈਂ ਪੈਸੇ ਪੁੱਛੇ ਨੇ ਤੇ ਮੈਨੂੰ ਉਹਨਾਂ ਪੈਸੇ ਦੇ ਖਾਣ ਦੀ ਪਾਰੂ, ਮੈਨੂੰ ਉਹਨਾਂ ਪਿਓ ਪੁੱਤਰਾਂ ਨੇ ਤੇਜ਼ਾਬ ਪਿਆਇਆ ਪਾਣੀ ਦੇ ਵਿੱਚ ਮਿਲਾ ਕੇ, ਪਿਓ ਵੀ ਪੁੱਤਰ ਵੀ ਵਿਕਾਸ ਵੀ, ਇਹਨਾਂ ਮੈਨੂੰ ਤੇਜ਼ਾਬ ਪਿਆਇਆ। ਜੇ ਅਗਰ ਮੇਰੀ ਮੌਤ ਜ਼ਿੰਦਗੀ ਦਾ ਇਹ ਖੁਦ ਜ਼ਿੰਮੇਦਾਰ ਨੇ। ਫਿਰ ਉਹ ਮਰਨ ਤੋਂ ਪਹਿਲੇ ਕੋਈ ਘੰਟਾ, ਅੱਧਾ ਕੁ ਘੰਟਾ ਪਹਿਲੇ ਉਹਨੇ ਬਿਆਨ ਦਿੱਤੇ ਨੇ। ਇਹਨੇ ਦਿਓ ਹੁਣ ਤੇਜ਼ਾਬ ਵਿਕਾਸ ਨੇ ਮੈਨੂੰ ਪਿਆਇਆ, ਉਹਨੂੰ 9,000 ਰੁਪਈਆ ਇਹਨਾਂ ਨੇ ਮੇਰੇ ਕੋਲ ਪਹਿਲੇ ਵਿਕਾਸ ਨੇ ਲਿਆ। ਇਹਨੇ ਸ਼ਾਦੀ 'ਤੇ ਜਾਣਾ ਸੀ, ਹੁਣ ਮੇਰੀ ਮੌਤ ਜ਼ਿੰਦਗੀ ਦਾ ਸਵਾਲ ਹੈ। ਇਹਨਾਂ ਦੇ ਹੱਥ ਵਾਸਤੇ ਮੈਂ ਮਰ ਗਿਆ ਤੇ ਇਹਨਾਂ ਦੇ ਹੱਥ ਵਾਸਤੇ ਵਿਕਾਸ ਨੇ ਜੋ ਕੀਤਾ, ਵਿਕਾਸ ਨੇ ਕੀਤਾ ਮੇਰੇ ਨਾਲ। ਫਿਰ ਉੱਥੇ ਜਿੱਦਾਂ ਬੇਟੇ ਨੂੰ ਫਿਰ ਉੱਥੇ ਤੜਫਦਿਆਂ ਵੀ ਵੇਖਿਆ, ਫਿਰ ਬੇਟੇ ਦੀ ਜਾਨ ਨਿਕਲਦੀ ਵੀ ਵੇਖੀ ਹੈ। ਮੈਂ ਕੋ ਮਾਂ ਸਕ ਬੱਟੇ ਨੂੰ ਕੰਡਾ ਲੱਗਦਾ ਸੀ, ਮਾਂ ਬਰਦਾਸ਼ਤ ਨਹੀਂ ਸੀ ਕਰਦੀ, ਸਾਰੀ ਰਾਤ ਬੈਠੀ ਰਹਿੰਦੀ ਸੀ ਕਿ ਮੇਰੇ ਬੇਟੇ ਨੂੰ ਕੰਡਾ ਵੀ ਲੱਗ ਗਿਆ। ਫਿਰ ਸਾਰਾ ਕੁਛ ਉਹਦੀ ਜਾਨ ਨਿਕਲਦੀ ਵੀ ਵੇਖੀ। ਇਹਨੇ ਬਿਆਨ ਦਿੱਤੇ ਨੇ, ਵੀਡੀਓ ਬਿਆਨ ਸਾਰੇ ਮੇਰੇ ਕੋਲ। ਇੰਨੇ ਕੁ ਬਿਆਨ ਉਹਨੇ ਮੈਨੂੰ ਦਿੱਤੇ ਨੇ ਮੈਨੂੰ। नाजरीन, आप समझ सकते हैं किसी माँ का दुख, उसका जवान बेटा घर का, कि जो उसका घर का वाहिद कफ़ील था और वो उस दुनिया में नहीं है। और नाजरीन, मैं आपको बताता चलूँ कि शादी में सिर्फ 2 से 3 दिन का वक्फ़ा रह गया था कि 2-3 दिन बाद उसकी शादी थी, लेकिन उस ठेकेदार ने लालच के अंदर आके 5-6 साल उसकी कमाई भी खाता रहा और सिर्फ एक 5 लाख की खातिर उसने एक माँ के लाल की जान ले लिया। और उसने ये नहीं सोचा कि बाद में उसके साथ क्या होगा और उस माँ के साथ क्या बीतेगी। और वो हमारी बहन बेटी जिसने घर में सिलाई करके ये पैसे जमा किए, अपने भाई की सपोर्ट बनी, और उस बेटी की भी शादी थी, छोटी बहन की भी शादी थी, उसके ऊपर क्या गुजरी होगी। तो नाज़रीन, हमारे साथ इनके रिलेटिव्स भी मौजूद हैं, उनसे बात करते हैं कि पुलिस इस सिलसिले में क्या कार्रवाई कर रही है, पुलिस का रवैया इनके साथ कैसा है। अस्सलाम वालेकुम जी वालेकुम सलाम। सर, बताइएगा कि उसकी जो ये वारदात हुई है, सारा कुछ हो गया, आपको पता चल गया जी, इसको तेज़ाब दिया गया और तेज़ाब की वजह से उसकी डेथ हुई है, उसके बाद जब आप पुलिस में गए हैं, उनका रवैया आपके साथ क्या था? सर, उधर थाना सिटी फूल नगर में हम गए बच्चे की डेड बॉडी लेके। तो हम तकरीबन रात के 10 बजे हम उधर पहुँचे हैं। तो हमने उनके आगे रिक्वेस्ट की है कि ये मेरे पास मौजूद हैं, आप भी दे सकते हैं वीडियो बयान, बाकायदा वीडियो बयान चलाइए भी। तो वीडियो बयान हमारे पास मौजूद हैं। हमने कहा जी ये वीडियो बयान है, ये उनका वकास वगैरह का नाम ले रहा है, उन्होंने तेज़ाब पिलाया, ये उसके मरने से कुछ देर पहले के बयान है, ये बयान है उसके। और ये हमारे पास मेडिकल रिपोर्ट है जिन्ना हॉस्पिटल की, तो आप FIR करें। तो उन्होंने टाल मटोल करते रहे हैं जी, अभी करते हैं अभी करते हैं। सर्दी की रात थी तो वो बच्चे भी साथ थे, बड़ा बुरा हाल था हमारा, तो हम काफ़ी परेशान थे। तो उन्होंने कोई हमारी नहीं सुनी। उसके बाद इस तरह होता है कि रात के 1-2 बजे के करीब अब्दुल खालक ASI है जी, तो सर अब्दुल खालक आया ASI मेरे पास। तो उन्होंने कहा है कि जी आप इस तरह करें, फोरेंसिक टीमें आती हैं, एक टीम का 5,000 रुपये लेते हैं वो, ठीक है, 3 टीमें हैं वो, ठीक है। और उसके अलावा ये जो आपका केस लिखेगा, तो वो SHO लुटैर है, ठीक है, उसको मैं बुलाऊंगा, वो आपका केस लिखेगा, बनाएगा, 5,000 रुपया वो लेगा। तो ये आप अगर दे सकते हैं तो मैं FIR का सिलसिला शुरू करता हूँ। तो मैंने फिर और भी रिश्तेदार मौजूद थे, मैंने उनसे मशवरा किया। उन्होंने कहा ठीक है, हम परेशान थे, चलो यार वो बच्चे की लाश है, ख़राब हो रही है। हमने कहा चलें हम आपको दे देते हैं जी, FIR करें किसी तरीके से। उन्होंने FIR की। उसके बाद उन्होंने कहा जी आए मुलज़म पकड़वाएं। हमने कहा चलें जी आए मुलज़म पकड़वाएं, गिरफ़्तार करवाएं। हमने ख़ुद जाके, ठीक है, हमने ख़ुद जाके मुलज़म गिरफ़्तार करवा के लाए हैं उनको, ठीक है जी, थाने में बंद करवाया है। तो उनके थाने के कैमरों में देख सकते हैं मुलज़म बंद थे 8-10 दिन।
تو ہم بچے کو لے گئے, اس کا جنازہ کروایا, قبر میں دفن کیا ہے, اس کے بعد جو رسم وغیرہ ہوتی ہے وہ کر کے آئے ہیں. تو ہم مسلسل تھانے کے چکر لگا رہے تھے, ASI کو ملنے جا رہے تھے, SHO کو ملنے جا رہے تھے. ایک دفعہ ہمیں SHO صاحب ملا ہے, سید ثقلین شاہ اس کا نام ہے. تو اس نے کہا یار آپ کے ساتھ انصاف ہوگا, آپ پریشان نہ ہو. ہم نے کہا چلیں SHO ہو سکتا ہے کہ صحیح کہہ رہا ہو. تو ہم خاموش ہو گئے. اس کے بعد عبدالخالق ASI وہ ہمیں ملتا ہی نہیں تھا, اگر ملتا تھا تو ہاں بھی پیسے ہیں, کچھ سلسلہ کیس کا کیسے بڑھائیں. ہم 8-10 دن ہو گئے تھے, 10 دن تقریباً اوپر ہو گئے تھے, ہم جاتے رہے مسلسل. جب دیکھتے ہیں تو وہ ملزم نہیں ہے لاکب میں. تو ہم نے کہا یار یہ کیا بات ہے, آپ گرفتاری کیوں نہیں ڈال رہے ہو عبدالخالق کا, آپ گرفتاری ڈالیں, ریمانڈ لیں, قانونی کارروائی کریں. آپ نے تو مہمانوں کی طرح بٹھائے ہوئے ہیں اور پتہ نہیں لاکب کے اندر ہیں بھی یا نہیں ہے. تو وہ کہتے یار ہم گرفتاری نہیں ڈال سکتے, ہم نہیں ڈالیں گے گرفتاری. ہم نے کہا چلیں ٹھیک ہے. ہمارا ایک وکیل تھا تعلق والا, ہم نے اس کو کہا, اس نے کہا جی آئیں. ڈسٹرکٹ سیشن جج کے پاس چلے گئے. ڈسٹرکٹ اینڈ سیشن جج تھے طارق محمود صاحب پتوکی میں, وہ بیٹھتے ہیں. ہم ان کی عدالت میں پیش ہو گئے کہ جناب یہ ملزم ہے اور گرفتار کیے ہوئے ہیں اور یہ گرفتاری نہیں ڈال رہے ہیں. انہوں نے کہا یہ تو انہوں نے غیر قانونی رکھے ہوئے ہیں, 24 گھنٹے میں گرفتاری ڈالنی چاہیے. انہوں نے اس چیز کا بڑا ایکشن لیا, فوری انہوں نے رپورٹ مانگی ہے. تو انہوں نے کہا جی یہ ایسے ہے اور ایسے, کوئی انہوں نے بات سنائی ہے. انہوں نے کہا نہیں آپ مجھے ریٹرن دیں اس کا کیا ہے. تو انہوں نے, وہ میرے پاس ہے ریٹرن, انہوں نے لکھ کر دیا ہے کہ جی یہ ملزم جو ہے ہمارے پاس گرفتاری میں موجود ہیں, ہم ان سے تفتیش کر رہے ہیں. تو یہ دیکھنا ہے کہ یہ کس طرح انہوں نے لایا, تذاب انویسٹیگیشن چل رہی ہے, تو اس لیے ہم گرفتاری نہیں ڈال سکتے. تو جج صاحب نے کہا کہ نہیں 18 تاریخ دیتا ہوں, فوری پیش آؤ SHO کو اور مجھے اس کو رپورٹ بتاؤ کہ کیوں نہیں گرفتاری ڈال سکتے ہو, قانونی کارروائی کرو, ریمانڈ لو ان کا. تو پھر ایسے ہوتا ہے کہ پھر ہم 18 تاریخ کو جاتے ہیں. تو عبدالخالق وہ ہم جب تاریخ پر جاتے ہیں تو ادھر کوئی بھی نہیں ہوتا. تو جج صاحب کے سامنے پیش ہوتے ہیں. تو انہوں نے کہا کہ SHO کو بلاؤ. وہ کہتے ہیں SHO کو فون کیا جی, وہ کہتے ہیں جی SHO صاحب لاہور گئے ہوئے ہیں, اور عبدالخالق ASI کو فون کرو وہ ہے. انہوں نے کہا جی وہ ریٹ پہ گیا ہوا ہے. اور جج صاحب اس چیز پر بڑا غصے ہوئے ہیں کہ یار کو اٹھانے میں کوئی ہے یا نہیں, منشی کو بلا لو, کسی کو بلاؤ. تو کہتے ہیں جی منشی فون نہیں اٹھا رہا. تو جج صاحب نے کہا کہ نہیں آج پیش ہوں گے, ادھر کسی نہ کہ پیش کرو. ٹھیک ہے. تو آخر کار وہ 3 بجے عبدالخالق صاحب پیش ہوئے ہیں. تو انہوں نے مجھے عدالت کے باہر ہی کہا ہے کہ یار آپ ہمیں مجھے ملو اور ہم کیس کا کچھ کرتے ہیں سلسلہ. تو ہم نے کہا جی ہم غریب لوگ ہیں, ہم آپ کو کچھ نہیں دے سکتے ہیں, پیسے میں سے ہمارے پاس نہیں, بچہ ہمارا قتل ہو گیا, ہم آپ کو کیا دیں. تو اس نے کہا اچھا یہ بات ہے, پھر چلے آ جائیں. پھر ٹھیک ہے. وہ یہ بات سن کے اور غصے میں ہو گئے اور وہ جج صاحب کے سامنے چلے گئے کمرے میں. جب جج صاحب کے سامنے جاتے ہیں تو آگے مطلب ہے کہ اس طرح ہے کہ جج صاحب نے پوچھا ہے کہ ہاں بھی ملزم تم نے گرفتار کیے ہوئے تھے, گرفتاری کیوں نہیں ڈال رہے ہو. تو ادھر سر یہ رمضان کا مہینہ ہے, اب میں کیا کہوں, وہ بندہ مکر گیا ہے, اس نے جھوٹ بول دیا. اس نے کہا سر میں نے تو گرفتار ہی نہیں کیا, ملزم ابھی تک پکڑے ہی نہیں ہے. تو میں تو آج بھی ریٹ کے میں گیا ہوا تھا, وہ ملزم پکڑے نہیں ہے میں نے. تو مطلب ہے یہ حیرت والی بات ہے کہ ملزم ہم نے خود ان کے تھانے کے کیمروں میں چیک کر سکتے ہیں کہ ملزم گرفتار تھے اور انہوں نے مطلب ایسے ہی چھوڑ دیا ان کو. پھر ہم ادھر سے واپس آتے ہیں تو ہم نے ایک اور دوست گئے تھے, ان کو میں نے جگہ دکھا رہا تھا جدھر وہ ہمارا لڑکا اکرم گرا پڑا تھا. تو وہ ان کے گھر کے بالکل ساتھ ہی ہے گلی, تو ادھر میں دکھا رہا تھا. تو ان کے محلے والے لوگ کچھ آئے ہیں میرے پاس. تو انہوں نے کہا کہ یار آپ نے تو ان کو پکڑوایا, وہ تو ابھی چھوٹ گئے ہیں. تو انہوں نے تو SHO کو 10 لاکھ روپیہ دیے, ٹھیک ہے, تو وہ چھوٹ گئے. اور مطلب یہ بات سن کے مجھے کافی زیادہ پریشانی ہوئی. اور پھر انہوں نے یہ بھی ان کی طرف سے ایک دھمکی سمجھ لے, انہوں نے یہ بھی مجھے کہا کہ آپ بھی پیچھے نہ آئیں, وہ کہیں آپ کو نہ مار دیں. تو میں نے کہا کوئی بات نہیں, اللہ مالک ہے, ہم آتے رہیں گے کرتے رہیں گے سلسلہ. تو یہ صورتحال ہوئی ہے. اور اس سے پہلے پھر ہم پنجاب IG صاحب کے آگے بھی گئے, ان کے آفس میں گئے ہیں. تو یہ 2 دن عورت جاتی رہی ہے اور ذلیل ہو کے آتی رہی ہے. یہ انہوں نے ہمیں, آپ کیمرہ دکھا سکے تو یہ ہم نے ادھر سے ہمیں 2 دن ذلیل ہونے کے بعد یہ ایک رکا ملتا ہے, ٹھیک ہے جی. تو یہ بھی ایک باہر سے ایک ملازم ہمیں کاٹ کے دیتا ہے کہ یہ جی آپ DPO قصور کے پاس چلے جائیں. کوئی IG صاحب کے سامنے پیش نہیں کیا ہمیں. تو ہم DPO صاحب کے پاس جاتے ہیں تو وہ DPO صاحب ان کا پتہ چلا جی وہ تو میٹنگ میں ہیں, تو وہ آج نہیں آئیں گے. تو ہم ادھر سے قصور سے پھر واپس آ جاتے ہیں. پھر ہم نے ایک یہ دیکھیں آپ, یہ ہم نے وزیر اعلیٰ پنجاب میں بھی مریم نواز کے دفتر میں گئے تو انہوں نے نہیں ملنے دیا. پھر ہم نے ایک درخواست لکھی ہے, یہ رجسٹری کی رسید میرے پاس موجود ہے. تو ابھی تک اس پہ بھی کوئی سنوائی نہیں ہوئی درخواست پر. اور یہ میرے پاس جی نامینیٹ FIR ہے 302 کی, یہ 302 کی FIR میرے پاس موجود ہے, آپ دیکھ لیں. نامینیٹ ملزم ہے
اور وہ کھلے عام گھوم رہے ہیں, SHO صاحب نے ان کو چھوڑ دیا ہے. تو برائے مہربانی میری یہ ریکویسٹ ہے, میری یہ درخواست ہے IG پنجاب کے آگے, اور بڑی ایک مطلب ہے کہ عاجزی سے ریکویسٹ کر رہا ہوں, اور ہم بے بس لوگ ہیں, ہم غریب لوگ ہیں, کسی کو کچھ نہیں, دعاؤں کے سوا کسی کو کچھ نہیں دے سکتے ہیں. اور اس میں یہ بھی کہوں گا کہ ہم غریبوں کا صرف یہ میڈیا ہے, اللہ تعالیٰ ان کو آپ کو تندرستی صحت دے. سب میڈیا والوں کو میں دعا دیتا ہوں کہ ہمارے غریبوں کے دکھ میں شریک ہوئے ہیں یہ, اور کسی نے ہماری نہیں سنی. ٹھیک ہے, تو یہ جو رونا بھی آ رہا ہے یہ بھی بے بسی پر آ رہا ہے. لیکن IG صاحب کے آگے ہماری اپیل ہے کہ اس کیس کا نوٹس لیں اور کسی اچھے افسر کو دیں, یا CIA والے کو دیں, اور کسی کو دیں کہ اس کے پر ہمارے جو ملزم ہیں ان کو کیفے کردار تک پہنچایا جائے. کسی اور کے بیٹے کے ساتھ ایسا نہ ہو, کسی اور کا مائی کا لال نہ اجڑے. تو مطلب ہے یہ میری IG صاحب کے آگے اور وزیر اعلیٰ بی بی مریم نواز کے آگے یہ فریاد ہے, یہ ریکویسٹ ہے, ہمارے دکھ میں شریک ہوں اور ہمارے یہ ہمیں انصاف لے کے دیں, ہماری مدد کریں, مہربانی. تو جی ناظرین, آپ ظلم کی انتہا دیکھیں کہ اس ٹھیکیدار نے 5 لاکھ روپیہ نہیں دیا, قتل کرنے کے بعد اس نے 10 لاکھ روپے تھانے میں رشوت دے دی, اور وہ باہر دندناتے ہوئے باہر پھر رہے ہیں, اور مزید قتل کی دھمکیاں دی جا رہی ہیں. اور ناظرین, وقت بدل گیا, حکومتیں بدل گئی ہیں, لیکن پنجاب پولیس نہیں بدلی. ان کا رویہ ایک ماں کا ٹکڑا جگر قتل ہو جاتا ہے, اور پولیس جو ہے نا یہ ڈیمانڈ کرتی ہے کہ انہیں پیسے دیے جائیں تب پرچہ کٹے گا, انہیں پیسے دیے جائیں تب کارروائی کی جائے گی, کہ ان کی بات پیسے سے شروع ہوتی ہے اور پیسے پہ ختم ہو جاتی ہے. تو ناظرین, مزید ماجی سے بات کرتے ہیں کہ ان کی جس بہن کی شادی تھی 16 سال کی, جو کپڑے سلائی کر کے جس نے اپنے بھائی کو سپورٹ کیا, ان کی شادی کیسے کریں گی, یہ مزید آگے کیا سوچا ہے, کیا گھر میں پریشانیاں ہیں, گزارا کیسے کر رہی ہیں. جی ماجی دسنا کہ بیٹا تو چلو اس دنیا تو چلا گیا, گھر دا واحد کفیل سی, لیکن ہن جوان بیٹی گھر 'چ بیٹھی ہے, 16 سال ایج ہے, کپڑے سلائی کر کے انہیں تہاڈا سپورٹ کردی رہی ہے. ان دی شادی کیویں کرو گے, تے گھر دا ہن حالات کیویں دے نے, کیویں گزارا کردے پے ہو؟ ਕੋਈ ਹਾਲਾਤ ਨਹੀਂ ਕਰਦੇ. ਜਦੋਂ ਦਾ ਬੇਟਾ ਫੌਤ ਹੋਇਆ ਹੈ ਉਦੋਂ ਦਾ ਬਲੱਡ ਪ੍ਰੈਸ਼ਰ ਤੇਜ਼ ਹੁੰਦਾ ਹੈ, ਇਹ ਦਵਾਈਆਂ ਖਾਂਦੀ ਰਹਿੰਦੀ ਹਾਂ, ਠੀਕ ਰਹਿੰਦੀ. ਅਗਰ ਦਵਾਈਆਂ ਨਹੀਂ ਖਾਂਦੀ ਫਿਰ ਸਾਰਾ ਦਿਨ ਪਈ ਰਹਿੰਦੀ ਹਾਂ. ਬਲੱਡ ਪ੍ਰੈਸ਼ਰ ਤੇਜ਼ ਇੰਨਾ ਹੋ ਜਾਂਦਾ ਹੈ ਕਿ ਕੋਈ ਸਮਝ ਲੈ, ਜਿਹੜੀ ਜ਼ਬਾਨ ਦੇ ਥੱਲੇ ਗੋਲੀ ਰੱਖੀ ਦੀ ਉਹ ਰੱਖਣੀ ਪੈਂਦੀ, ਫਿਰ ਜਾ ਹੋਸ਼ ਆਉਂਦਾ. ਮੇਰੇ ਭਾਈ ਦਾ ਘਰ ਹੈ, ਉਹਦੇ ਵਿੱਚ ਰਹਿੰਦੀ ਪਈ ਹਾਂ, ਉਹ ਵੀ ਕਿਰਾਏਦਾਰ ਹੈ, ਉਹਨੇ ਵੀ ਇੱਕ ਕਮਰਾ ਮੈਨੂੰ ਦਿੱਤਾ ਹੈ ਤੱਕ ਮਾਲਕ ਮਕਾਨਾ ਜਵਾਬ ਦਿੱਤਾ. ਮੇਰੇ ਕੋਲ ਨਹੀਂ ਮਸਾਇਲ ਸਨ, ਮੈਂ ਨਹੀਂ ਦੇ ਸਕਦੀ ਰੈਂਟ. ਮਾਲਕ ਮਕਾਨਾ ਨੇ ਕਿਹਾ ਸੀ ਕਿ ਤੁਸੀਂ ਮਕਾਨ ਖਾਲੀ ਕਰ ਦਿਓ. ਮੇਰੇ ਭਾਈ ਨੇ ਸਾਨੂੰ ਇੱਕ ਕਮਰਾ ਦਿੱਤਾ ਹੈ, ਉਹਦੇ ਵਿੱਚ ਅਸੀਂ ਰਹਿੰਦੇ ਪਏ ਤਿੰਨੇ ਜੀ. ਕੋਈ ਮਸਾਇਲ ਨਹੀਂ, ਰੋਟੀ ਖਾਣ ਵਾਸਤੇ ਪੈਸੇ ਨਹੀਂ ਹੈਗੇ, ਬੈਠੇ ਦਵਾਈਆਂ ਵਾਸਤੇ ਪਤਾ ਨਹੀਂ ਕਿਵੇਂ ਮੁਸ਼ਕਲ ਕਰਕੇ ਦਵਾਈਆਂ ਲਿਆਣੀ, ਇੱਕ ਮਜਬੂਰੀ ਬਣੀ ਹੋਈ. ਦਵਾਈਆਂ ਲੈ ਦੇ, ਡ੍ਰਿਪ ਸ਼ਰਿਪ ਲਵਾ ਲੈਂਦੀ ਹਾਂ, ਤਬੀਅਤ ਠੀਕ ਰਹਿੰਦੀ, ਰੋਟੀ ਵੀ ਨਹੀਂ ਖਾਈ ਜਾਂਦੀ, ਤੇ ਬੱਚੇ ਵੀ ਜਵਾਨ ਹੈ, ਮਸਾਇਲ ਕੋਈ ਨਹੀਂ, بੈٹھے ہوئے ہیں ਘਰ. تو جی ناظرین, اس بچی سے بھی بات کرتے ہیں کہ جس نے دن رات کپڑے سلائی کر کے اپنے بھائی کو سپورٹ کیا, اور اس کا بھائی آج اس دنیا میں نہیں ہے, اور اس بچی کی بھی ساتھ شادی تھی. ان سے بھی پوچھتے ہیں کہ ان کو یہ سارے معاملات میں کیسا محسوس ہو رہا ہے, کیا فیل کرتی ہیں, مستقبل کے بارے میں کیا سوچتی ہیں. السلام علیکم. وعلیکم السلام. اچھا, مجھے آپ بتاؤ کہ آپ گھر میں سلائی کرتی تھی, کتنے ڈیلی کے سوٹ سلائی کرتی تھی, اور کتنے پیسے ملتے تھے آپ کو؟ ایک دن میں ایک سوٹ سلائی کرتی تھی, وہ بھی 250 روپے اس کا. ایک سوٹ کا 250 روپیہ ملتا تھا؟ جی ایسے ہی. جی. تو یہ آپ نے کتنے سال محنت کی اور اپنے بھائی کو سپورٹ کیا, اور وہ 5 لاکھ کی کمیٹی جمع کی تھی؟ 4-5 سالوں سے. آپ کی اس ٹائم ایج کتنی ہے؟ 16 سال. اس کا مطلب یہ ہے کہ آپ 11 سال کی تھی تب سے آپ سلائی کا کام کر رہی؟ جی ایسے ہی ہے, 11 سال کی تھی تب سے سلائی کا کام کر رہی. جب آپ کو خبر ملی کہ آپ کے بھائی کو قتل کر دیا گیا, اس دنیا میں نہیں رہے, اور آپ کے پیسے بھی جو ہے نا انہوں نے ضبط کر لیے, ان پہ قبضہ کر لیا, مطلب آپ کے دیے ہوئے پیسے بھی واپس نہیں دیے, اور شادی بھی تھی 1-2 دن بعد, تو کیا دل میں خیال آیا, کیا فیل ہوا؟ یہی فیل ہوا کہ آگے تو ہمارے ابو تو ہیں نہیں, بھائی تھے جو تھے ہمارے سر کے اوپر. ہم دونوں نے مل کے کمیٹی ڈالی تھی کہ ہم امی کے اوپر بوجھ نہیں بنیں گے. جب ہمیں یہ پتہ چلا کہ ہمارے بھائی ہی نہیں دنیا میں رہے, تو ہمارے تو پاؤں کے نیچے سے زمین ہی نکل گئی. جہاں رشتہ ہوا تھا آپ کا, وہ رشتہ ابھی قائم ہے یا ٹوٹ گیا؟ وہ ٹوٹ گیا وہ رشتہ. انہوں نے بھی آپ کو چھوڑ دیا؟ جی انہوں نے بھی چھوڑ دی. اور جو آپ کے ریلیٹیوز وغیرہ ہیں, ان کا رویہ ابھی آپ کے ساتھ کیسا ہے؟ بالکل بھی صحیح نہیں. کوئی سپورٹ نہیں ہے ریلیٹیوز کی طرف؟
नहीं, कोई सपोर्ट नहीं है हमारी। तो जी नाज़रीन, आपने बहन की कहानी सुनी है, माँ जी की भी सारी दास्तान आपने सुन ली है कि कैसे एक जवान बेटे को कत्ल किया गया और शादी में चंद दिन रह गए थे, 2 से 3 दिन बाद शादी थी और ये सारा माजरा हो गया। तो नाज़रीन, पुलिस भी इनके साथ तावन नहीं कर रही है। मैं आपसे रिक्वेस्ट यही करूँगा कि इस वीडियो को ज़्यादा से ज़्यादा शेयर कीजिएगा ताकि हम इनकी और हम इनकी सपोर्ट बन सकें। और नाज़रीन, गुज़ारा घर का बड़ी मुश्किल से हो रहा है और केसेस वगैरह के लड़ने के लिए भी पैसे नहीं हैं, घर में राशन भी नहीं है, मेडिसिन के लिए पैसे नहीं हैं। आपसे ये भी रिक्वेस्ट करूँगा कि इनके स्क्रीन पे दिए गए नंबर पे इनसे आप रब्ता कर सकते हैं, इनकी हेल्प कर सकते हैं। और सबसे आखिर में आईजी पंजाब और वज़ीर आला मरीम नवाज़ से मैं रिक्वेस्ट करूँगा कि इस गरीब की फैमिली की दादरसी की जाए और इनको इंसाफ दिलाया जाए। इसी बात के साथ अपने मेज़बान को इजाज़त दीजिएगा। अल्लाह निगहबान।